हेलो स्टूडेंट्स, हाउ आर यू। वेलकम टू योर बॉटनी लैक्चर। बेटा ਆਪਾਂ ਸਟਾਰਟ ਕੀਤਾ ਸੀ ਸਾਈਕਸ ਦੇ ਵਿੱਚ ਆਪਾਂ ਅੱਜ ਪੜ੍ਹਨਾ ਹੈ ਰੀਪਰੋਡਕਸ਼ਨ ਦੇ ਵਿੱਚ ਸਭ ਤੋਂ ਪਹਿਲਾਂ ਪੜ੍ਹਨਾ ਹੈ ਵੈਜੀਟੇਟਿਵ ਰੀਪਰੋਡਕਸ਼ਨ ਕਈ ਵਾਰ ਸਾਈਕਸ ਪਲਾਂਟਸ ਦੇ ਵਿੱਚ ਐਡਵੈਂਟੀਸ਼ੀਅਸ ਬਰਡਸ ਡਿਵੈਲਪ ਹੋ ਜਾਂਦੀਆਂ ਆ ਜਿਨ੍ਹਾਂ ਨੂੰ ਬਲਬਿਲਸ ਵੀ ਕਹਿੰਦੇ ਆ। ਇਹ ਬਲਬਿਲਸ ਜਿਹੜੀਆਂ ਆ ਡਿਵੈਲਪ ਹੁੰਦੀਆਂ ਆ ਇਨਟੂ ਨਿਊ ਸਾਈਕਸ ਲਾਈਕ ਪਲਾਂਟ। ਆ ਜਿਵੇਂ ਦਾ ਪਲਾਂਟ ਹੈਗਾ ਹੀ ਆ। ਹੁਣ ਕੀ ਹੁੰਦਾ ਆ ਕਿ ਆ ਜਿਹੜਾ ਪਲਾਂਟ ਸਟੈਮ ਜਿੱਥੇ ਮਿੱਟੀ 'ਚ ਧਸੀ ਹੁੰਦੀ ਆ, ਇੱਥੇ ਬੇਸ 'ਤੇ ਬਹੁਤ ਸਾਰੇ ਬਰਡ ਲਾਈਕ ਸਟਰਕਚਰ ਅਰਾਈਜ਼ ਕਰਦੇ ਆ। ਹੁਣ ਲੱਗੇ ਹੋਏ ਆ, ਜਿੱਦਣ ਤੁਸੀਂ ਫੀਸ ਡਿਪੋਜ਼ਿਟ ਕਰਨ ਗਏ ਆਪਣੇ ਹੋਮ ਸਾਇੰਸ ਲੈਬ ਦੇ ਸਾਹਮਣੇ ਕਿਆਰੀ 'ਚ ਦੇਖਣਾ, ਥੱਲੇ ਤੁਹਾਨੂੰ ਬਰਾਊਨ ਕਲਰ ਦੇ ਇਸ ਤਰ੍ਹਾਂ ਦੇ ਫਲਾਰ ਲਾਈਕ ਸਟਰਕਚਰ ਦਿਖਣਗੇ। ਇਹ ਬਲਬਸ ਆ ਸਾਈਕਸ ਦੇ। ਤੋੜ ਕੇ ਘਰਾਂ ਨੂੰ ਵੀ ਲੈ ਜਾਓ, ਹੁਣ ਲੱਗ ਜਾਣੇ ਆ ਜੇ ਤੁਸੀਂ ਜਾ ਕੇ ਲਗਾਓਗੇ, ਔਰ ਬਹੁਤ ਅੱਛਾ ਪਲਾਂਟ ਬਣੂਗਾ। ਆਪਣੇ ਤਾਂ ਚਲੋ ਨਿੱਕੂ ਨੇ ਸਾਫ਼ ਨਹੀਂ ਕੀਤਾ, ਜਾਲੇ ਲੱਗੇ ਹੋਏ ਆ, ਪਰ ਬਹੁਤ ਅੱਛਾ ਇਹ ਜੇ ਸਾਫ਼ ਕੇਅਰ ਕਰੋ ਤਾਂ ਬਹੁਤ ਅੱਛਾ ਪਲਾਂਟ ਇਹ ਡਿਵੈਲਪ ਹੁੰਦਾ ਆ। ਔਰ ਕੋਈ ਇੱਕ ਬਲਬ ਨਹੀਂ ਹੋਏਗਾ, 100 50 60 ਇੱਦਾਂ ਬਲਬਿਲਸ ਜਿਹੜੇ ਆ ਉਹ ਡਿਵੈਲਪ ਹੁੰਦੇ ਆ। ਇਹ ਨਰਸਰੀਜ਼ 'ਚ ਵੀ ਇਹੀ ਮੈਥਡ ਆ ਵੈਜੀਟੇਟਿਵਲੀ ਇਹਨੂੰ ਗਰੋ ਕਰਨ ਦਾ, ਸਾਈਕਸ ਦੇ ਕੁਝ ਸਪੀਸ਼ੀਜ਼ ਨੂੰ। ਔਰ ਇਹ ਜਿਹੜੇ ਬਲਬਿਲਸ ਆ ਜਾਂ ਤਾਂ ਇਹ ਪੇਰੈਂਟ ਪਲਾਂਟ ਨਾਲ ਟੁੱਟ ਜਾਂਦੇ ਆ ਨਾਲੋਂ, ਅਤੇ ਸੋਇਲ 'ਚ ਗਿਰ ਕੇ ਇਹ ਬਲਬਸ ਫੇਵਰੇਬਲ ਕੰਡੀਸ਼ਨਸ 'ਚ ਰੀਜਨਰੇਟ ਹੋ ਜਾਂਦੇ ਆ ਇਨਟੂ ਨਿਊ ਸਾਈਕਸ, ਜਾਂ ਫਿਰ ਇਹ ਪੇਰੈਂਟ ਪਲਾਂਟ ਨਾਲ ਲੱਗੇ ਹੋਈ ਰਹਿੰਦੇ ਆ ਅਤੇ ਥੋੜ੍ਹੇ ਸਮੇਂ ਬਾਅਦ ਗਰੋਇੰਗ ਸੀਜ਼ਨ ਦੇ ਵਿੱਚ ਇਹਦੇ ਉੱਪਰੋਂ ਕਰਾਊਨ ਆਫ ਲੀਫ ਆ ਜਾਂਦਾ ਅਤੇ ਇਸ ਤਰ੍ਹਾਂ ਦਾ ਹੀ ਪਲਾਂਟ ਇਹ ਹੌਲੀ ਹੌਲੀ ਡਿਵੈਲਪ ਹੋ ਜਾਂਦਾ ਆ। ਹੁਣ ਜੇ ਅਸੀਂ ਗੱਲ ਕਰੀਏ ਕਿ ਜਿਹੜੇ ਬਲਬਿਲਸ ਆ ਉਹ ਮੇਲ ਪਲਾਂਟ ਦੇ ਵਿੱਚ ਜਿਹੜੇ ਬਲਬਿਲਸ ਡਿਵੈਲਪ ਹੋਣਗੇ ਉਹਨਾਂ ਤੋਂ ਮੇਲ ਪਲਾਂਟ ਹੀ ਡਿਵੈਲਪ ਹੋਏਗਾ। ਔਰ ਜਿਹੜੇ ਫੀਮੇਲ ਪਲਾਂਟਸ ਦੇ ਵਿੱਚ ਬਲਬਿਲਸ ਬਣਦੇ ਆ ਉਹਨਾਂ ਤੋਂ ਨਵਾਂ ਫੀਮੇਲ ਪਲਾਂਟ ਹੀ ਬਣਨਾ ਆ। ਠੀਕ ਹੈ। ਔਰ ਇਹ ਜਿਹੜੇ ਕਈ ਸਾਈਕਸ ਰਿਵੋਲਿਊਟਾ ਜਿਵੇਂ ਹੈਗਾ ਆ, ਇਹਦੇ ਵਿੱਚ ਪ੍ਰੋਪੋਗੇਸ਼ਨ ਬਲਬਿਲਸ ਦੇ ਥਰੂ ਹੀ ਕਰਦੇ ਆ, ਕਿਉਂਕਿ ਸੀਡਸ ਇਹਨਾਂ 'ਚ ਪ੍ਰੋਡਿਊਸ ਨਹੀਂ ਹੁੰਦੇ। ਕਿਉਂਕਿ ਇਸ ਸਪੀਸ਼ੀਜ਼ ਦੇ ਵਿੱਚ ਰੈਵੋਲਿਊਟਾ ਦੇ ਵਿੱਚ ਇਹ ਤੁਸੀਂ ਖਾਸ ਧਿਆਨ ਰੱਖਣਾ ਆ ਕਿ ਮੇਲ ਪਲਾਂਟ ਜਿਹੜਾ ਆ ਉਹ ਐਬਸੈਂਟ ਹੁੰਦਾ ਆ। ਡਿਊ ਟੂ ਦਾ ਐਬਸੈਂਸ ਆਫ ਮੇਲ ਪਲਾਂਟ ਸੀਡਸ ਨਹੀਂ ਡਿਵੈਲਪ ਹੁੰਦੇ ਹੈਗੇ। ਸੋ ਓਨਲੀ ਬਲਬਿਲਸ ਆਰ ਦਾ ਮੈਥਡਸ ਆਫ ਰੀਪਰੋਡਕਸ਼ਨ ਜਾਂ ਪ੍ਰੋਪਗੇਸ਼ਨ ਇਨ ਸਾਈਕਸ ਰੈਵੋਲਿਊਟਾ। ਇਸ ਕਰਕੇ ਇਹ ਸੈਕਸ਼ੂਅਲ ਰੀਪਰੋਡਕਸ਼ਨ ਵੀ ਇਹਦੇ ਵਿੱਚ ਕੁਝ ਸਪੀਸ਼ੀਜ਼ ਵਿੱਚ ਵੈਰੀ ਇੰਪੋਰਟੈਂਟ ਹੁੰਦੀ ਆ। ਅਦਰਵਾਈਜ਼ ਇਹਨਾਂ ਦੀ ਜਾਤੀਆਂ ਜਿਹੜੀਆਂ ਸੀਗੀਆਂ ਉਹ ਨਹੀਂ ਵਧਣੀਆਂ ਸੀਗੀਆਂ। ਇਸ ਕਰਕੇ ਇਹਨੂੰ ਤੁਸੀਂ ਯਾਦ ਰੱਖਣਾ ਆ। ਫਿਰ ਨੈਕਸਟ ਬੇਟਾ ਜੇ ਅਸੀਂ ਗੱਲ ਕਰੀਏ ਸੈਕਸ਼ੂਅਲ ਰੀਪਰੋਡਕਸ਼ਨ ਦੀ, ਤਾਂ ਸੈਕਸ਼ੂਅਲ ਰੀਪਰੋਡਕਸ਼ਨ ਜਿਹੜਾ ਆ ਉਹ ਹੀਟਰੋਸਪੋਰਸ ਪਲਾਂਟ ਹੁੰਦਾ ਆ ਸਾਈਕਸ। ਹੀਟਰੋਸਪੋਰਸ ਨਾਮ ਤੋਂ ਹੀ ਕਲੀਅਰ ਆ, ਦੋ ਤਰ੍ਹਾਂ ਦੇ ਸਪੋਰਸ ਬਣਦੇ ਆ, ਸਮੌਲ ਮਾਈਕਰੋ, ਅਤੇ ਮਾਈਕਰੋ ਮੀਨਸ ਮੇਲ ਸਪੋਰਸ, ਔਰ ਲਾਰਜਰ ਫੀਮੇਲ ਮੈਗਾ ਸਪੋਰਸ, ਹੈ ਨਾ। ਹੁਣ ਮੇਲ ਸਪੋਰਸ ਤੋਂ ਬਣਨਾ ਆ ਮੇਲ ਗੈਮੀਟੋਫਾਈਟ, ਫੀਮੇਲ ਸਪੋਰਸ ਤੋਂ ਬਣਨਾ ਆ ਫੀਮੇਲ ਗੈਮੀਟੋਫਾਈਟ। ਔਰ ਇਹ ਜਿਹੜੇ ਪਲਾਂਟਸ ਹੁੰਦੇ ਆ ਇਹ ਡਾਇਓਸ਼ੀਅਸ ਹੁੰਦੇ ਆ। ਡਾਇਓਸ਼ੀਅਸ ਦਾ ਮਤਲਬ ਹੁੰਦਾ ਆ ਕਿ ਮੇਲ ਐਂਡ ਫੀਮੇਲ ਸਪੋਰਸ ਆਰ ਪ੍ਰੋਡਿਊਸਡ ਔਨ ਸੈਪਰੇਟ ਪਲਾਂਟਸ। ਮੇਲ ਪਲਾਂਟ ਜਿਹੜਾ ਉਹ ਮਾਈਕਰੋਸਪੋਰੋਫਿਲ ਬਣਾਉਂਦਾ ਆ, ਔਰ ਫੀਮੇਲ ਪਲਾਂਟ ਜਿਹੜਾ ਆ ਉਹ ਮੈਗਾਸਪੋਰੋਫਿਲਸ ਬਣਾਉਂਦਾ ਆ। ਦੈਨ ਅਸੀਂ ਡਿਟੇਲ 'ਚ ਪੜ੍ਹਦੇ ਹਾਂ ਹੁਣ ਸੈਕਸ਼ੂਅਲ ਰੀਪਰੋਡਕਸ਼ਨ। ਮੇਲ ਸਪੋਰੋਫਿਲ ਤੇ ਬਣੇਗਾ ਮੇਲ ਕੋਨ, ਫੀਮੇਲ ਸਪੋਰੋਫਿਲ ਜਾਣੀ ਕਿ ਮੈਗਾ ਸਪੋਰੋਫਿਲ ਤੇ ਬਣੇਗਾ ਫੀਮੇਲ ਕੋਨ। ਇੰਨਾ ਤਾਂ ਕਾਮਨ ਹੀ ਸੀਗਾ ਜਿਹੜਾ ਤੁਸੀਂ ਅੱਜ ਤੱਕ ਸੁਣਦੇ ਆਏ ਹੋ। ਹੁਣ ਅਸੀਂ ਪੜ੍ਹਾਂਗੇ ਮੇਲ ਕੋਨ, ਡਿਟੇਲ 'ਚ ਅੱਜ ਪੜ੍ਹਾਂਗੇ। ਬੇਟਾ ਮੇਲ ਕੋਨ ਜਿਹੜਾ ਹੈ ਨਾ, ਆਪਾਂ ਪੜ੍ਹਿਆ ਸੀਗਾ ਕਿ ਆਹ
ਰੈਕਿਸ ਆ, ਰੈਕਿਸ ਤੇ ਆ ਲੀਵਸ ਨਿਕਲਦੀਆਂ ਆ। ਥੱਲੇ ਪੈਡੰਕਲ ਵੀ ਅਸੀਂ ਉਹਨੂੰ ਨਾਮ ਦਿੱਤਾ ਸੀਗਾ। ਤਾਂ ਆ ਪੈਡੰਕਲ ਆ, ਪੈਡੰਕਲ ਦੀ ਟਿਪ 'ਤੇ ਕੋਨ ਡੈਵਲਪ ਹੋ ਜਾਂਦਾ ਆ ਔਰ ਉਸ ਤੋਂ ਨੀਚੇ ਕਰਾਊਨ ਆਫ ਲੀਵਸ ਪ੍ਰੈਜ਼ੈਂਟ ਹੁੰਦਾ ਆ। ਇੱਕ ਟਿਪ 'ਤੇ ਜਾਂ ਇੱਕ ਪੈਡੰਕਲ 'ਤੇ ਇੱਕੋ ਹੀ ਕੋਨ ਡੈਵਲਪ ਹੁੰਦਾ ਆ। ਹੌਲੀ ਹੌਲੀ ਕੀ ਹੋਣਾ ਆ, ਇਹ ਕੋਨ ਥੋੜ੍ਹਾ ਜਿਹਾ ਸਾਈਡ 'ਤੇ ਖਿਸਕ ਕੇ ਥੋੜ੍ਹਾ ਜਿਹਾ ਸਾਈਡ ਨੂੰ ਡੈਵਲਪ ਹੋਣਾ, ਟੇਢਾ ਡੈਵਲਪ ਹੋਣਾ, ਅਤੇ ਦੂਸਰੇ ਪਾਸੇ ਉਹ ਨਵੀਂ ਬ੍ਰਾਂਚ ਨਿਕਲਣੀ ਆ ਅਤੇ ਉਹਦੇ ਵੀ ਟਿਪ 'ਤੇ ਕੋਨ ਡੈਵਲਪ ਹੋਣਾ ਆ, ਉਹਦੇ ਥੱਲੇ ਕਰਾਊਨ ਆਫ ਲੀਵਸ। ਫਿਰ ਇਹ ਵਾਲੀ ਬ੍ਰਾਂਚ ਵੀ ਖ਼ਤਮ ਹੋ ਜਾਣੀ ਆ। ਖ਼ਤਮ ਮਤਲਬ ਕਿ ਇਹਦੀ ਗਰੋਥ ਸਟਾਪ ਹੋ ਜਾਣੀ ਆ। ਇਹ ਕੋਨ ਥੋੜ੍ਹਾ ਜਿਹਾ ਇਹ ਵੀ ਟੇਢਾ ਡੈਵਲਪ ਹੋਣਾ ਆ ਤਾਂ ਇਹਦੇ ਸਾਈਡ ਤੋਂ ਇੱਕ ਬ੍ਰਾਂਚ ਹੋਰ ਨਿਕਲਣੀ ਆ, ਉਹ ਟਿਪ 'ਤੇ ਕੋਨ ਡੈਵਲਪ ਹੋ ਜਾਣਾ ਆ, ਥੱਲੇ ਕਰਾਊਨ ਆਫ ਲੀਵਸ। ਤਾਂ ਇਸ ਤਰ੍ਹਾਂ ਜ਼ਿਗ ਜ਼ੈਗ ਜਿਹੀ ਇਹਦੇ ਵਿੱਚ ਕੋਨ ਡੈਵਲਪ ਹੁੰਦੇ ਆ ਟਿਪ 'ਤੇ, ਮੇਲ ਕੋਨ। ਤਾਂ ਇਹਨੂੰ ਅਸੀਂ ਕਹਿੰਦੇ ਹਾਂ ਸਿੰਪੋਡੀਅਲ ਡਿਵਲਪਮੈਂਟ ਜਾਂ ਕਿ ਕੋਨ ਡੈਵਲਪ ਸਿੰਪੋਡੀਅਲੀ ਅਸੀਂ ਕਹਿ ਸਕਦੇ ਹਾਂ। ਹੁਣ ਜੇ ਅਸੀਂ ਕੋਨ ਦਾ ਸਟਰਕਚਰ ਦੇਖੀਏ ਤਾਂ ਆ ਕੰਪੈਕਟ ਓਵਲ ਇਲੋਂਗੇਟਿਡ ਸਟਰਕਚਰ ਇਹ ਹੁੰਦਾ। ਕੁਝ ਚੀਜ਼ਾਂ ਤੁਸੀਂ ਦੇਖ ਕੇ ਲਿਖ ਸਕਦੇ ਆ। ਇਹ ਜਿਹੜਾ ਕੋਨ ਆ, ਹੁਣ ਤੁਸੀਂ ਦੇਖੋ ਕਿ ਉੱਪਰੋਂ ਵੀ ਇਹ ਨੈਰੋ ਆ, ਥੱਲਿਓਂ ਵੀ ਨੈਰੋ ਆ, ਪਰ ਸੈਂਟਰ 'ਚੋਂ ਮਿਡਲ 'ਚੋਂ ਇਹ ਬਰੋਡਰ ਆ। ਸੇਮ ਹੇਅਰ, ਮਿਡਲ 'ਚੋਂ ਬਰੋਡਰ, ਉੱਪਰੋਂ ਥੱਲਿਓਂ ਨੈਰੋ। ਹੁਣ ਹਮੇਸ਼ਾ ਯਾਦ ਰੱਖਣਾ ਆ ਕਿ ਇਹਦਾ ਅੱਪਰ ਪਾਰਟ ਸਟੀਰਾਈਲ, ਬੇਸਲ ਪਾਰਟ ਜਾਂ ਲੋਅਰ ਪਾਰਟ ਵੀ ਸਟੀਰਾਈਲ ਹੁੰਦਾ, ਮਤਲਬ ਉਹ ਰੀਪਰੋਡਕਸ਼ਨ 'ਚ ਹੈਲਪ ਨਹੀਂ ਕਰਨਗੇ। ਲੇਕਿਨ ਜਿਹੜਾ ਆਹ ਮਿਡਲ ਪਾਰਟ ਹੈਗਾ ਆ, ਇਹ ਸਾਰਾ ਫਰਟਾਈਲ ਹੁੰਦਾ ਆ। ਇੱਥੇ ਹੀ ਜਿਹੜਾ ਰੀਪਰੋਡਕਸ਼ਨ ਦੇ ਪ੍ਰੋਡਕਟਸ ਇੱਥੇ ਹੀ ਬਣਨੇ ਆ ਜਾਂ ਇੱਥੇ ਹੀ ਡਿਵਲਪਮੈਂਟ ਹੋਣਾ ਆ। ਇਸ ਕਰਕੇ ਇਹ ਜਿਹੜੇ ਆ ਇਹ ਸਟਰਕਚਰ ਤੁਸੀਂ ਇਹਦਾ ਯਾਦ ਰੱਖਣਾ ਆ। ਹੁਣ ਮੇਲ ਕੋਨ ਜਿਹੜਾ ਆ, ਅਗਰ ਤੁਸੀਂ ਵੈਸੇ ਦੇਖੋਗੇ ਤਾਂ ਇਹ ਬਹੁਤ ਕੰਪੈਕਟ, ਟਾਈਟਲੀ ਪੈਕਡ, ਆਹ ਵਾਲਾ ਦੇਖੋ ਟਾਈਟਲੀ ਪੈਕਡ ਕੰਪੈਕਟ ਸਟਰਕਚਰ ਆ। ਲੇਕਿਨ ਜਦੋਂ ਇਹਦਾ ਅਸੀਂ ਲੌਂਗੀਟਿਊਡਨਲ ਸੈਕਸ਼ਨ ਜਾਂ ਇਹ ਜਦੋਂ ਮੈਚਿਓਰ ਹੋ ਜਾਂਦਾ ਆ ਤਾਂ ਕਿੱਦਾਂ ਹੁੰਦਾ ਹੈ ਮੈਚਿਓਰ, ਮਤਲਬ ਕਿ ਜਦੋਂ ਇਹ ਡੈਵਲਪ ਹੁੰਦਾ ਆ ਤਾਂ ਉਸ ਵੇਲੇ ਇਹਦਾ ਆਹ ਸਟਰਕਚਰ ਹੁੰਦਾ। ਇਹ ਜੇ ਖੁੱਲ੍ਹ ਜਾਵੇ ਤਾਂ ਖੁੱਲ੍ਹੇ ਹੋਏ ਤੇ ਇਹਦਾ ਸਟਰਕਚਰ ਕਿੱਦਾਂ ਦਾ ਹੁੰਦਾ। ਆਹ ਫੋਰ ਐਗਜ਼ਾਮਪਲ ਲੀਫ ਲਾਈਕ ਸਟਰਕਚਰ ਆ, ਇਸ ਤਰ੍ਹਾਂ ਦੇ ਲੀਫ ਲਾਈਕ ਸਟਰਕਚਰਸ ਹੋਣੇ ਆ ਆਲੇ ਦੁਆਲੇ ਡਿਵਲਪ। ਸੈਂਟਰ ਦੇ ਵਿੱਚ ਆਹ ਵਾਲੀ ਮਿਡਲ ਐਕਸਿਸ ਜਾਂ ਸੈਂਟਰਲ ਐਕਸਿਸ ਹੁੰਦੀ ਆ ਸੈਂਟਰ ਦੇ ਵਿੱਚ ਆਹ। ਔਰ ਅੱਪਰ ਵਾਲਾ ਮੈਂ ਤੁਹਾਨੂੰ ਦੱਸਿਆ ਆ ਕਿ ਉਹ ਸਟੀਰਾਈਲ ਪਾਰਟ ਹੁੰਦਾ ਆ, ਲੋਅਰ ਪਾਰਟ ਵੀ ਆ, ਥੱਲੇ ਛੋਟੇ ਛੋਟੇ ਪੱਤੀਆਂ ਹੁੰਦੀਆਂ, ਇਹ ਵੀ ਸਟੀਰਾਈਲ ਪਾਰਟ ਆ। ਆ ਉੱਪਰ, ਇਹਦੇ ਉੱਪਰ ਹੁਣ ਇੱਕ ਕੈਪ ਲਾਈਕ ਸਟਰਕਚਰ ਇਸ ਤਰ੍ਹਾਂ ਦੀ ਡੈਵਲਪ ਹੁੰਦੀ ਆ। ਇਸ ਕੈਪ ਲਾਈਕ ਸਟਰਕਚਰ ਨੂੰ ਆਪਾਂ ਕਹਿੰਦੇ ਐਪੋਫਾਈਸਿਸ। ਐਪੋਫਾਈਸਿਸ ਜਸਟ ਇਹਨੂੰ ਪ੍ਰੋਟੈਕਟ ਕਰਨ ਦਾ ਕੰਮ ਕਰਦੀ ਆ, ਕਵਰ ਕਰਨ ਦਾ ਕੰਮ ਕਰਦੀ ਹੈ ਕੋਨ ਨੂੰ, ਮੇਲ ਕੋਨ ਨੂੰ, ਪਰ ਰੀਪਰੋਡਕਸ਼ਨ 'ਚ ਨਹੀਂ ਹੈਲਪ ਕਰਦੀ ਹੈਗੀ। ਸੇਮ ਵੇ ਆ ਥੱਲੇ ਦੇਖੋ ਲੀਫ ਲਾਈਕ ਸਟਰਕਚਰ ਆ ਆਹ, ਇਹ ਵੀ ਸਟੀਰਾਈਲ ਹੁੰਦੇ ਆ, ਡੂ ਨਾਟ ਟੇਕ ਪਾਰਟ ਇਨ ਰੀਪਰੋਡਕਸ਼ਨ, ਜਸਟ ਫॉर ਪ੍ਰੋਟੈਕਸ਼ਨ ਆਫ ਦਾ ਕੋਨ। ਥੱਲੇ ਆ ਛੋਟਾ ਜਿਹਾ ਇਹ ਸਟਾਕ ਹੁੰਦਾ ਆ, ਤਾਂ ਲਿਟਲ ਸਟਾਕਡ ਅਸੀਂ ਕਹਿ ਸਕਦੇ ਹਾਂ ਜਾਂ ਵਿਦ ਸ਼ਾਰਟ ਸਟਾਕ ਅਸੀਂ ਕਹਿ ਸਕਦੇ ਹਾਂ। ਸੈਂਟਰ ਦੇ ਵਿੱਚ ਸੈਂਟਰਲ ਐਕਸਿਸ ਹੁੰਦੀ ਆ। ਹੁਣ ਹਰ ਚੀਜ਼ ਦੇ ਦੋ ਸਰਫੇਸਿਸ ਹੁੰਦੇ ਆ, ਅੱਪਰ ਐਂਡ ਲੋਅਰ। ਇੱਕ ਨੂੰ ਆਪਾਂ ਕਹਿੰਦੇ ਹਾਂ ਅਡੈਕਸ਼ੀਅਲ ਸਰਫੇਸ, ਇੱਕ ਨੂੰ ਆਪਾਂ ਕਹਿੰਦੇ ਹਾਂ ਅਬੈਕਸ਼ੀਅਲ। ਅਬੈਕਸ਼ੀਅਲ ਮਤਲਬ ਆ ਹੁਣ ਪਿਛਲਾ ਮੰਨ ਲਓ ਲੋਅਰ ਸਰਫੇਸ, ਤਾਂ ਇਹ ਜਿਹੜੇ ਮਾਈਕਰੋਸਪੋਰੋਫਿਲ ਆ, ਇਹਦੇ ਅਬੈਕਸ਼ੀਅਲ ਸਰਫੇਸ 'ਤੇ ਮਾਈਕਰੋਸਪੋਰੈਂਜੀਆ ਡੈਵਲਪ ਹੁੰਦੇ ਆ। ਸੋ ਆ ਕੀ ਆ, ਇਹ ਹੈਗੀ ਆ, ਮੈਂ ਫਿਰ ਤੇ ਬਣਾਉਣੀ ਆ। ਆ ਹੈਗੀ ਆ ਸਟਾਕ, ਆ ਦੋ ਸਟੀਰਾਈਲ ਲੀਫਲੈਟਸ ਕਹਿ ਸਕਦੇ ਹਾਂ ਅਸੀਂ ਹੱਲੇ ਹਾਲ ਦੀ ਘੜੀ।
ਆ ਜਿਹੜੀ ਆ ਮਾਈਕਰੋਸਪੋਰੋਫਿਲ ਆ। ਹੁਣ ਮਾਈਕਰੋਸਪੋਰੋਫਿਲ ਦੇ ਅਬੈਕਸ਼ੀਅਲ ਸਰਫੇਸ 'ਤੇ ਮਾਈਕਰੋਸਪੋਰੈਂਜੀਆ ਡਿਵੈਲਪ ਹੁੰਦਾ ਆ। ਆਹ ਦੇਖੋ ਆ ਗੋਲ ਵਾਲਾ ਮਾਈਕਰੋਸਪੋਰੈਂਜੀਆ ਡਿਵੈਲਪ ਹੋਇਆ। ਇਹਦੇ ਅੰਦਰ ਰਾਊਂਡਡ ਜਿਹੜੇ ਹੈਗੇ ਆ ਉਹ ਸਪੋਰਸ ਡਿਵੈਲਪ ਆ ਇਹਦੇ ਅੰਦਰ, ਠੀਕ ਹੈ। ਆ ਹੋ ਗਿਆ ਅਬੈਕਸ਼ੀਅਲ ਅਤੇ ਮਾਈਕਰੋਸਪੋਰੈਂਜੀਆ। ਮਾਈਕਰੋਸਪੋਰੈਂਜੀਆ ਦੇ ਅੰਦਰ ਆਹ ਸਪੋਰਸ ਡਿਵੈਲਪ ਹੁੰਦੇ ਆ। ਤਾਂ ਇਹ ਕੁੱਲ ਮਿਲਾ ਕੇ ਮੇਲ ਕੋਨ ਦਾ ਸਟਰਕਚਰ ਆ, ਜਿਹੜਾ ਅਸੀਂ ਪਹਿਲਾਂ ਨੋਰਮਲ ਜਿਹੜਾ ਸਟਰਕਚਰ ਦੇਖਦੇ ਹਾਂ। ਫਿਰ ਜੇ ਇਹ ਤੁਸੀਂ ਇੱਥੋਂ ਦੇਖ ਲਿਓ, ਮੈਨੂੰ ਹੁਣ ਪੜ੍ਹਨ ਦੀ ਲੋੜ ਨਹੀਂ ਹੈਗੀ ਬਿਕੋਜ਼ ਇਹ ਇੰਨਾ ਕੁ ਤੁਸੀਂ ਲਿਖ ਸਕਦੇ ਆ। ਇਹ ਯਾਦ ਰੱਖਣ ਵਾਲੀ ਗੱਲ ਹੈ ਕਿ ਸਾਈਕਸ ਦਾ ਕੋਨ ਸਭ ਤੋਂ ਵੱਡਾ ਜਿਮਨੋਸਪਰਮਸ ਦੇ ਵਿੱਚ ਹੁੰਦਾ ਆ। 20 ਤੋਂ 60 ਸੈਂਟੀਮੀਟਰ ਲੈਂਥ ਦਾ ਵੀ ਹੋ ਸਕਦਾ ਹੈ। ਕਿਸੇ ਕਿਸੇ ਸਪੀਸ਼ੀਜ਼ 'ਚ 80 ਸੈਂਟੀਮੀਟਰ ਦਾ ਕੋਨ ਵੀ ਦੇਖਿਆ ਗਿਆ ਆ। ਔਰ ਇਹ ਜਿਹੜੇ ਮਾਈਕਰੋਸਪੋਰੋਫਿਲਸ ਆ, ਇਹ ਸਪਾਇਰਲੀ ਅਰੇਂਜਡ ਹੁੰਦੇ ਆ ਸੈਂਟਰਲ ਐਕਸਸ 'ਤੇ। ਸੈਂਟਰਲ ਐਕਸਸ ਮੈਂ ਤੁਹਾਨੂੰ ਦਿਖਾਈ ਸੀ ਸੈਂਟਰ ਦੇ ਵਿੱਚ ਹੁੰਦੀ ਆ। ਔਰ ਇਹ ਐਕਰੋਪੀਟਲ ਸਕਸੈਸ਼ਨ ਮਤਲਬ ਯੰਗੈਸਟ ਐਟ ਦਾ ਟੋਪ, ਓਲਡੈਸਟ ਐਟ ਦਾ ਬੇਸ। ਇਹ ਤੁਸੀਂ ਹੁਣ ਜ਼ਰੂਰ ਯਾਦ ਰੱਖਣਾ ਆ, ਠੀਕ ਹੈ। ਇਹ ਇੱਦਾਂ ਦੀਆਂ ਚੀਜ਼ਾਂ ਜਿਹੜੀਆਂ ਆ ਇਹ ਇੰਪੋਰਟੈਂਟ ਚੀਜ਼ਾਂ ਹੁੰਦੀਆਂ। ਡਾਇਗਰਾਮ ਤੋਂ ਹੀ ਵੈਸੇ ਤੁਹਾਨੂੰ ਸਾਰਾ ਕੁਝ ਸਮਝ ਆ ਜਾਣਾ ਆ। ਟੈਕਸਟ ਜ਼ਿਆਦਾ ਇੱਕ ਵਾਰੀ ਪੜ੍ਹਿਓ ਅਤੇ ਆਪਣੇ ਭਾਸ਼ਾ 'ਚ ਲਿਖ ਲਿਓ ਉਹਨੂੰ। ਹੁਣ ਮੈਂ ਤੁਹਾਨੂੰ ਦੱਸਿਆ ਸੀਗਾ ਕਿ ਅੱਪਰ ਜਿਹੜਾ ਬੇਸ ਅਤੇ ਅੱਪਰ ਅਪੈਕਸ ਆ, ਜਿਹੜਾ ਅਪੈਕਸ 'ਤੇ ਇੱਕ ਕੈਪ ਲਾਈਕ ਸਟਰਕਚਰ ਪ੍ਰੈਜ਼ੈਂਟ ਹੁੰਦੀ ਆ ਫॉर ਦਾ ਪ੍ਰੋਟੈਕਸ਼ਨ ਆਫ ਦਾ ਕੋਨ, ਜਿਹਨੂੰ ਆਪਾਂ ਕਹਿੰਦੇ ਆ ਐਪੋਫਾਈਸਿਸ। ਤਾਂ ਆ ਜਿਹੜਾ ਆ ਸਟੀਰਾਈਲ ਪਾਰਟ ਹੁੰਦਾ ਆ ਵਿਚ ਡੂ ਨਾਟ ਟੇਕ ਪਾਰਟ ਇਨ ਰਿਪਰੋਡਕਸ਼ਨ, ਤਾਂ ਇਹ ਹੈਗਾ ਆ ਐਪੋਫਾਈਸਿਸ। ਹੁਣ ਐਪੋਫਾਈਸਿਸ ਉੱਪਰ ਆ ਅਤੇ ਆਹ ਦੇਖੋ ਮਿਡਲ ਜਿਹੜਾ ਪਾਰਟ ਆ ਇਹ ਹੈਗਾ ਮਾਈਕਰੋਸਪੋਰੋਫਿਲ, ਜਿਹੜਾ ਅਸੀਂ ਇੰਨੇ ਬਹੁਤ ਸਾਰੇ ਆਹ ਦੇਖੇ ਸੀ ਨਾ ਮੇਲ ਕੋਨ 'ਚ ਇਸ ਤਰ੍ਹਾਂ ਲੱਗੇ ਹੋਏ। ਤਾਂ ਜੇ ਇੱਕ ਮਾਈਕਰੋਸਪੋਰੋਫਿਲ ਦੀ ਗੱਲ ਕਰੀਏ ਤਾਂ ਆ ਸਿਰਫ ਇੱਕ ਮਾਈਕਰੋਸਪੋਰੋਫਿਲ ਦਾ TS ਅਸੀਂ ਦੇਖਣਾ ਆ। ਤਾਂ ਮਾਈਕਰੋਸਪੋਰੋਫਿਲ ਆ, ਇਹਦੇ ਸੈਂਟਰ ਦੇ ਵਿੱਚ ਰਿਜ ਹੁੰਦੀ ਆ। ਰਿਜ ਦਾ ਮਤਲਬ ਕੀ ਹੁੰਦਾ, ਇੱਕ ਗਰੂਵ ਜਾਂ ਇੱਕ ਲਾਈਨ ਜਿਹੜੀ ਦੋ ਸਰਫੇਸਿਸ ਨੂੰ ਜੋੜਦੀ ਆ ਕਿਸੇ ਵੀ ਐਂਗਲ 'ਤੇ, ਹੈ ਨਾ। ਆ ਇੱਦਾਂ ਇਸ ਤਰ੍ਹਾਂ ਮਤਲਬ ਜੁੜਿਆ ਹੋਇਆ ਇੱਕ ਕੋਨ ਉੱਭਰ ਕੇ ਇੱਦਾਂ ਉਹਦੇ ਸਰਫੇਸ ਜਿਹੜੇ ਜੁੜੇ ਹੋਏ ਆ। ਹੁਣ ਇਸ ਰਿਜ ਦੇ ਆਲੇ ਦੁਆਲੇ ਦੇਖੋ ਮਾਈਕਰੋਸਪੋਰੈਂਜੀਆ ਜਿਹੜੇ ਆ ਡਿਵੈਲਪ ਹੁੰਦੇ ਆ। ਇਹ ਮਾਈਕਰੋਸਪੋਰੈਂਜੀਆ ਵੀ ਗਰੁੱਪਸ 'ਚ ਪ੍ਰੈਜ਼ੈਂਟ ਹੁੰਦੇ ਆ। ਗਰੁੱਪ ਆਫ ਮਾਈਕਰੋਸਪੋਰੈਂਜੀਆ ਅਸੀਂ ਕਹਿੰਦੇ ਆ ਸੋਰਸ, ਅਤੇ ਬਹੁਤ ਸਾਰੇ ਜਿਹੜੇ ਸੋਰਸ ਆ ਜਾਂ ਮਾਈਕਰੋਸਪੋਰੈਂਜੀਆ ਦੇ ਗਰੁੱਪਸ ਆ ਉਹਨੂੰ ਸੋਰਾਏ ਕਹਿੰਦੇ ਆ। ਪਲੂਰਲ ਵਰਡ ਇਜ਼ ਸੋਰਾਏ, ਸਿੰਗੂਲਰ ਸੋਰਸ। ਹੁਣ ਇਹ ਜਿਹੜੇ ਸੋਰਸ ਆ, ਇੱਕ ਗਰੁੱਪ ਦੇ ਵਿੱਚ 3 ਮਾਈਕਰੋਸਪੋਰੈਂਜੀਆ ਹੋ ਸਕਦੇ ਆ, ਤਾਂ ਕਰਕੇ ਅਸੀਂ ਉਹਨੂੰ 3 ਜਾਂ 4 ਵੀ ਹੋ ਸਕਦੇ ਆ, ਉਹਨੂੰ ਅਸੀਂ ਸੋਰਸ ਕਹਿੰਦੇ ਆ। ਆਹ ਦੇਖੋ ਹੁਣ ਇਹ ਮਾਈਕਰੋਸਪੋਰੈਂਜੀਆ ਦਾ ਸਟਰਕਚਰ ਆ। ਮੈਂ ਦੱਸਿਆ ਸੀ ਕਿ ਇੱਕ ਗਰੁੱਪ ਦੇ ਵਿੱਚ 3-4 ਮਾਈਕਰੋਸਪੋਰੈਂਜੀਆ ਡਿਵੈਲਪ ਹੁੰਦੇ ਆ, ਤਾਂ 3-4 ਡਿਵੈਲਪ ਆ। ਇਹਦੇ ਵਿੱਚ ਆ ਜਿਹੜੀ ਲਾਈਨ ਆ, ਇਹ ਲਾਈਨ ਆਫ ਡਾਇਸੈਂਸ ਆਫ ਮਾਈਕਰੋਸਪੋਰੈਂਜੀਆ ਹੁੰਦੀ ਹੈ। ਜਦੋਂ ਮਾਈਕਰੋਸਪੋਰੈਂਜੀਆ